ਵਾਹਿਗੁਰੂ 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 ਸਾਹਿਬ ਜੀ। ਗੁਰੂ ਗਰੀਬ ਨਿਵਾਜ ਮੈਂ ਨਾਹੀ ਕਛ ਹਉ ਨਾਹੀ ਕਿਛ ਆਹੇ ਨਾ ਮੋਰਾ ਅਵਸਰ ਲਜਾ ਰਾਖ ਲਿਹੋ ਸਦਨਾ ਜਨ ਤੋ। ਵਾਹਿਗੁਰੂ ਵਾਹਿਗੁਰੂ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, तेरा तुझको सौंपते क्या लागे मेरा। जिता जियो पिंड सब तेरा, तू अंतरजामी पुरख भगवान। दासन दास कह जन नानक, जेहा तू कराही तेहा हाँ करी बखियान। वाहे गुरु वाहे गुरु
ਵਾਹਿਗੁਰੂ 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 ਬਰਸੈ ਮੇਘ ਸਖੀ ਕਰ ਪਾਹੁਨ ਆਏ 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 ਮੋਹਿ ਦੀਨ ਕਿਰਪਾ ਨਿਧ ਠਾਕੁਰ ਮੋਹਿ ਦੀਨਾ ਕਿਰਪਾ ਨਿਧ ਠਾਕੁਰ ਮੋਹਿ ਦੀਨ ਕਿਰਪਾ ਨਿਧ ਠਾਕੁਰ ਮੋਹਿ ਦੀਨਾ ਕਿਰਪਾ ਨਿਧ ਠਾਕੁਰ ਨਾਮ ਨਿਤ ਨਾਮ ਸਮਾਏ ਨਾਮ ਨਿਤ ਨਾਮ ਸਮਾਏ ਬਰਸੈ ਮੇਘ ਸਖੀ ਕਰ ਪਾਹੁਨ ਆਏ ਬਰਸੈ ਮੇਘ ਸਖੀ ਕਰ ਪਾਹੁਨ ਆਏ क्या तू सोचे हैं क्या तू चितवे हैं क्या तू सोचे क्या तू चितवे क्या तू करे उपाय क्या तू करे उपाय ताको कहो करवा कहूँ की ताको कहो करवा कहूँ की जेह गोपाल सहाय जेह गोपाल सहाय जेह गोपाल सहाय जेह गोपाल सहाय बरसै मेघ सखी कर पाहुन आए 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 अनक प्रकार भोजन बाकीए अनक प्रकार भोजन बाकीए बहु व्यंजन मिष्टाए बहु व्यंजन मिष्टाए करी पाक साल सोच पवित्रा करी पाक साल सोच पवित्रा हुण
भोग हर राए। हुण लाभो भोग हर राए। हुण लाभो भोग हर राए। हुण लाभो भोग हर राए। बरसै मेघ सखी हर पाहुन आए। बरसै मेघ सखी कर पाहुन आए। बरसै मेघ सखी कर पाहुन आए। बरसै मेघ सखी कर पाहुन आए। दोस्त बिदारे साजन रहे से। दुष्ट बिदारे साजन रहसे। एह मंदिर घर अपनाए। मंदिर कार्य अपनाए। जोंग कंत रंगियो आया। जोग कंत रंगियो पाया। जो मैं कंत रंगियो पाया। जोग कंत रंगियो पाया। तो मैं सब सुख पाए। 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 बरसै मेघ सखी कर पाहुन आए। 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 संत सभा ओट गुर पूरे। संत सभा ओट गुर पूरे। और मस्तक लेख लिखाए। तोर मस्तक लेख लिखाए। जन नानक कंत रंगीला पाया। 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 फिर दुख न लागे आए। 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 बरसै मेघ सखी कर पाहुन 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 आए। मोहे दीन
ਕਿਰਪਾ ਨਿਤ ਠਾਕੁਰ ਮੋਹਿ ਦੀਨ ਕਿਰਪਾ ਨਿਤ ਠਾਕੁਰ ਨਾਮ ਨਿਤ ਨਾਮ ਸਮਾਏ ਨਾਮ ਨਿਤ ਨਾਮ ਸਮਾਏ ਨਾਮ ਨਿਤ ਨਾਮ ਸਮਾਏ ਨਾਮ ਨਿਤ ਨਾਮ ਸਮਾਏ ਬਰਸੈ ਮੇਘ ਸਖੀ ਘਰ ਪਾਹੁਨੇ ਆਏ 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 ਪਰਮ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਗਰ ਬੱਸੀਆਂ ਤਥਾ ਇਲਾਕਾ ਨਿਵਾਸੀ ਸੰਗਤਾਂ ਨੂੰ ਜੋ ਸਤਿਗੁਰਾਂ ਨੇ 3 ਦਿਨਾਂ ਗੁਰਮਤਿ ਸਮਾਗਮ ਦੀ ਬਖਸ਼ਿਸ਼ ਕੀਤੀ ਹੈ, ਅੱਜ ਪਹਿਲੇ ਦਿਨ ਦੇ ਗੁਰਮਤਿ ਸਮਾਗਮ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪਾਵਨ ਪ੍ਰਕਾਸ਼ ਦੇ ਨਾਲ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਨੇ ਪਾਵਨ ਗੁਰਬਾਣੀ ਦੇ ਕੀਰਤਨ ਕੀਤੇ ਨੇ। ਆਓ ਆਪਾਂ ਇੱਕ ਸ਼ਬਦ ਦਾ ਗਾਇਨ ਕੀਤਾ ਹੈ। ਸਮੇਂ ਦੇ ਵਿੱਚ ਇਸ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਮਾਈ ਭਾਈ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚੇ ਨੇ, ਸਾਰੇ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1266 ਅੰਕ ਤੇ ਰਾਗ ਮਲਾਰ ਦੇ ਵਿੱਚ ਪਹਿਲੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਰਾਗ ਮਲਾਰ ਮਹਿਲਾ ਪੰਜਵਾ, ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇਸ ਤਰ੍ਹਾਂ ਸਤਿਗੁਰੂ ਜੀ ਸ਼ਬਦ ਦੀ ਸ਼ੁਰੂਆਤ ਕਰਦੇ ਨੇ। ਇਹ ਸ਼ਬਦ ਦੀ ਵਿਚਾਰ ਦੇ ਵਿੱਚੋਂ ਸਾਨੂੰ ਪਤਾ ਲੱਗੂ ਕਿ ਗੁਰੂ ਮਹਾਰਾਜ ਸਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈ। ਪਰ ਕਈ ਵਾਰ ਅਸੀਂ ਗੁਰਬਾਣੀ ਦੇ ਅੰਤਰੀਵ ਭਾਵ ਨੂੰ ਨਾ ਸਮਝਦੇ ਹੋਏ ਸ਼ਬਦਾਂ ਨੂੰ ਆਪਣੇ ਬਾਹਰੀ ਕੰਮਾਂ ਕਾਰਾਂ ਨਾਲ ਜੋੜ ਲੈਂਦੇ ਹਾਂ। ਬੇਸ਼ੱਕ ਬਹੁਤ ਸੱਜਣ ਸੰਗਤ ਕਰਨ ਵਾਲੇ ਸਮਝ ਰੱਖਦੇ ਹੈ, ਪਰੰਤੂ ਇਸ ਸ਼ਬਦ ਦੇ ਨਾਲ ਨਾ ਕੁਝ ਭੁਲੇਖਾ ਜੋੜਿਆ ਹੋਇਆ ਹੈ, ਜੋ ਆਪਾਂ ਇਸ ਵਿਸ਼ੇ ਤੇ ਬਹੁਤ ਹੀ ਸੰਖੇਪ ਰੂਪ ਵਿੱਚ ਵਿਚਾਰ ਕਰਨੀ ਹੈ। ਤੇ ਉਹ ਪਾਵਨ ਤੁਕਾਂ ਅਕਸਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸਾਦ ਦੀ ਦੇਗ ਦੀ ਪ੍ਰਵਾਨਗੀ ਲਈ ਜਾਂਦੀ ਹੈ, ਤਾਂ ਕਈ ਜਗ੍ਹਾ ਤੇ ਇਹ ਤੁਕਾਂ ਜਿਹੜੀਆਂ ਨੇ ਪੜੀਆਂ ਜਾਂਦੀਆਂ। ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ, ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਤੇ ਜਦੋਂ ਇਹ ਤੁਕਾਂ ਪੜ੍ਹ ਦਿੱਤੀਆਂ ਜਾਂਦੀਆਂ ਨੇ ਤਾਂ ਝੜਦੇ ਨੇ ਉਦੋਂ ਕੜਾਹ ਪ੍ਰਸਾਦ ਦੇ ਵਿੱਚ ਕਿਰਪਾਨ ਭੇਟ ਕਰ ਦਿੱਤੀ ਜਾਂਦੀ ਹੈ ਤੇ ਨਾਲ ਕਿਹਾ ਜਾਂਦਾ ਵੀ ਪਾਤਸ਼ਾਹ ਜੀ ਨੂੰ ਭੋਗ ਲੱਗੇ। ਚਲੋ ਉਸ ਵਿਸ਼ੇ ਉੱਤੇ ਮਤਭੇਦ ਹੋ ਸਕਦੇ ਆ, ਵਿਚਾਰਕ ਵੀ ਕੋਈ ਇਹ ਕਹਿੰਦਾ ਵੀ ਦਰ ਪ੍ਰਵਾਨ, ਕੁਝ ਹੱਠ ਕਰਦੇ ਨੇ ਵੀ ਨਹੀਂ ਜੀ ਅਸੀਂ ਭੋਗ ਲਾਓ ਕਹਿਣਾ ਹੈ। ਪਰ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਤੁਕਾਂ ਦਾ
अनक प्रकार भोजन बहु किए बहु व्यंजन मिष्टाए। इन्हां पावन पवित्र तुकां दा प्रसादे जां कड़ाह प्रसाद दे नाल कोई ताल्लुक नहीं है। ये गुरु साहिब जी ने प्रसादे नूं प्रवान कराउण वास्ते जां कड़ाह प्रसाद प्रवान करवाउण वास्ते तुकां नहीं लिखियां। पहली गल तो यह पंजवें पातशाह जी की बाणी है, तो एक सानू आदत भी पई हुई है खास करके जिहड़े असीं अरदास करते हैं कि असीं अरदास विच कई बार ना गुरबाणी दीयां तुकां पढ़नियां शुरू कर दिंदे हैं। वैसे जिहड़ी सिख रहत मर्यादा दे विच अरदास लिखी हुई है वो सानू याद करनी चाहिदी है, पर असीं जाने जां अणजाणे उहदे विच अपनी मर्जी नाल बहुत वाधे करते रहने आ। छोटियां छोटियां गल्लां दा नां ध्यान दिंदे होए कई बार असीं कुछ ना कुछ होर अपने कोलों शब्दावली बोल दिंदे आ। उस अरदास दे विच गुरु पातशाह महाराज जी दे सिद्धांतक पक्ष नूं मुख रखदिआं होइआं गुरबाणी दी रोशनी विच जदों साडे पुरातन बजुर्गां ने ये अरदास तैयार कीती, इहदी शब्दावली तैयार कीती, तां उदों बड़े नाप तोल के ये शब्द उन्होंने अरदास विच शामिल किए जिहड़े आपां सिख रहत मर्यादा विच लिखी हुई अरदास विच पढ़ते हैं। अरदास है अर्ज करनी, अर्जदास्त तो अरदास बनिया बेनती करनी अपने इष्ट अगे, गुरु परमेश्वर अगे बेनती करनी कह लो, अरदास कह लो, जोदड़ी कह लो, ये इक्के अर्थ विच वख-वख भाषावां दे अर्थ ने। तुसीं कई बार आम तौर पर यह वेख्या भी ये भी कहा जाता है सच्चे पातशाह जी की हजूरी विच अरदास है जी, बेनती है जी, जोदड़ी है जी। वो दो तीन है तो इक्को ही गल है। अरदास कह लो चाहे जोदड़ी कह लो, बेनती कह लो, पर सानू बड़ा वधिया शब्द अरदास दिता है। बेनती शब्द भी गुरु ग्रंथ साहिब च आया, जोदड़ी भी आया, है इक्को ही अर्थां विच। ते बेनती मैं कर रहा सी कि असी गुरबाणी अगे गुरु ग्रंथ साहिब जी के अगे सन्मुख खड़ के उस परमात्मा अगे अरदास करते हैं। ये जिहड़ी पावन तुकां ने जिथे तक कड़ाह प्रसाद की रीत है, इहदे विच एक बहुत वड्डा सिद्धांत है। सब तो पहली गल ते गुरु की हजूरी विच केवल कड़ाह प्रसाद प्रवान है। होर कोई भी प्रसाद जिहड़ा है वो लंगर की आइटम हो सकती है, कोई लड्डू है, जलेबी है, बर्फी है, कोई जो भी कुछ है वो साडे लंगर की आइटम हो सकती है। भी चलो किसी दे मन की भावना हुई, कोई उस तरह के पकवान लिया के वरता दिते। वैसे तो कोशिश होनी चाहिए है भी सादगी होनी चाहिए है जिन्ना भी हो सके। गुरु ग्रंथ साहिब जी की हजूरी अंदर कड़ाह प्रसाद प्रवान है, ते प्रसाद उही है जिहड़ा गुरु दे दर ते प्रवान होके आई हुई संगत नूं मिलदा है। इदों बगैर कोई मनुख नूं कोई अधिकार नहीं है वो किते वखरा हो के जां अपने वल्लों कोई परवानिया जां टच कीता होया कोई पदार्थ प्रसाद कह के संगत नूं वरतावे। गुरु की हजूरी च कड़ाह प्रसाद प्रवान है ते ये आई हुई संगत नूं मिलदा है। ते इहदे पिछे सिद्धांत है कड़ाह प्रसाद की विद सुन लीजै, तीन भाव को समसर कीजै। भी तीन चीज़ां बराबर लईआं जांदियां ने, घिओ है, आटा है, बराबर ले के ते उहदे विच बराबर दा मिठा पाया जांदा है, खंड पा लई जांदी है। ये सारियां चीज़ां नूं बराबर लेके कड़ाह प्रसाद तैयार हो जाता है। ते गुरु की हजूरी विच सिख लिया के सतगुरां अगे अरदास करके ये प्रसाद नूं सारियां विच बराबर वंड दिता जाता है, बिना किसी जात दे वितकरे तो,
ਬਿਨਾਂ ਕਿਸੇ ਮਜ਼ਹਬ ਦੇ ਵਿਤਕਰੇ ਤੋਂ, ਬਿਨਾਂ ਕਿਸੇ ਭੇਦ ਭਾਵ ਤੋਂ ਜੋ ਵੀ ਗੁਰੂ ਦੀ ਹਜ਼ੂਰੀ ਵਿੱਚ ਆ ਗਿਆ, ਬੈਠ ਗਿਆ, ਤੇ ਉਹ ਸਮਾਪਤੀ ਦੇ ਸਮੇਂ ਪ੍ਰਸਾਦ ਦਾ ਅਧਿਕਾਰੀ ਬਣ ਜਾਂਦਾ। ਤੇ ਗੁਰੂ ਦੀ ਹਜ਼ੂਰੀ 'ਚ ਮਿਲਦਾ ਵੀ ਸਭ ਨੂੰ ਹੈ ਤੇ ਮਿਲਦਾ ਵੀ ਇੱਕੋ ਜਿਹਾ ਹੈ। ਉਹ ਵੱਖਰੀ ਗੱਲ ਹੈ, ਕਈ ਵਾਰ ਕੋਈ ਰੋਗ ਹੁੰਦਾ ਹੈ, ਬੰਦਾ ਆਪੇ ਕਹਿ ਦਿੰਦੇ ਆਪਾਂ ਮਾਈ ਭਾਈ ਵੀ ਮੈਨੂੰ ਸਵਾਇਆ ਦੇ ਦਿਓ, ਉਹ ਤਾਂ ਵੱਖਰਾ ਹੈ। ਪਰ ਇੱਥੇ ਇੱਕੋ ਜਿਹੇ ਦਾ ਭਾਵ ਹੈ ਵੀ ਬਿਨਾਂ ਕਿਸੇ ਵਿਤਕਰੇ ਤੋਂ ਵਰਤਾਇਆ ਜਾਂਦਾ ਹੈ। ਹੁਣ ਗੱਲ ਆ ਗਈ ਹੈ ਕਿ ਇਸ ਪਾਵਨ ਸ਼ਬਦ ਦੀ, ਕਿ ਇਸ ਸ਼ਬਦ ਦੇ ਜਿਹੜੀਆਂ ਇਹ ਤੁਕਾਂ ਨੇ, ਜੋ ਮੈਂ ਗੱਲ ਕਹਿਣੀ ਚਾਹੁੰਦਾ ਸੀ ਕਿ ਇਹਨਾਂ ਦਾ ਪ੍ਰਸਾਦੇ ਜਾਂ ਪ੍ਰਸਾਦ ਕੜਾਹ ਪ੍ਰਸਾਦ ਨਾਲ ਕੋਈ ਤਾਲੁਕ ਨਹੀਂ। ਇਹਦੇ ਵਿੱਚ ਸਤਿਗੁਰੂ ਜੀ ਕਿਹੜੇ ਭੋਜਨ ਦੀ ਗੱਲ ਕਰਦੇ ਆ ਵੀ ਅਨਕ ਪ੍ਰਕਾਰ ਭੋਜਨ ਬਹੁ ਕੀਏ। ਅਨਕ ਦਾ ਮਤਲਬ ਬਹੁਤ ਤਰ੍ਹਾਂ ਦੇ, ਅਨਕ ਅਣਗਿਣਤ ਕਹਿ ਲਓ। ਅਨਕ ਦਾ ਅਰਥ ਹੈ ਅਣਗਿਣਤ। ਲੇਕਿਨ ਜਿਹੜਾ ਆਪਾਂ ਪ੍ਰਸਾਦਾ ਹੈ ਜਾਂ ਕੜਾਹ ਪ੍ਰਸਾਦ ਹੈ, ਇਹਦੇ ਵਿੱਚ ਕੁਝ ਗਿਣਤੀ ਦੇ ਹੁੰਦੇ ਆ। ਪ੍ਰਸਾਦ ਇੱਕ ਤਰ੍ਹਾਂ ਦੀ ਆਈਟਮ ਹੈ, ਤੇ ਲੰਗਰ ਵਿੱਚ ਵੀ 1, 2 ਜਾਂ 4 ਤਰ੍ਹਾਂ ਦੀ ਆਈਟਮ ਮਨੁੱਖ ਬਣਾਉਂਦਾ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਅਨਕ ਪ੍ਰਕਾਰ, ਅਨਕ ਬਹੁਤ ਜ਼ਿਆਦਾ, ਬਹੁਤ ਪ੍ਰਕਾਰ ਦੇ ਭੋਜਨ ਬਹੁ ਕੀਏ। ਹੁਣ ਇਸ ਸ਼ਬਦ ਵਿੱਚ ਫਿਰ ਕਿਹੜੇ ਭੋਜਨਾਂ ਦੀ ਗੱਲ ਕਰਦੇ ਆ, ਤਾਂ ਸਾਨੂੰ ਇਸ ਪਾਵਨ ਸ਼ਬਦ ਦੀ ਰਹਾਉ ਦੀ ਤੁਕ ਨੂੰ ਸਮਝਣਾ ਪਵੇਗਾ। ਪਾਵਨ ਸ਼ਬਦ ਦੀ ਰਹਾਉ ਦੀ ਤੁਕ ਹੈ, ਬਰਸੈ ਮੇਘ ਸਖੀ ਘਰ ਪਾਹੁਨ ਆਏ। ਮੇਘ ਕਹਿੰਦੇ ਨੇ ਬੱਦਲਾਂ ਨੂੰ, ਬਰਸ ਬਰਸਣਾ। ਹੇ ਮੇਰੀ ਸਖੀਓ, ਬੱਦਲ ਵਰਸੇ। ਪਾਹੁਨ ਪ੍ਰਾਹੁਣੇ ਨੂੰ ਕਹਿੰਦੇ ਆ, ਮੇਰੇ ਘਰ ਵਿੱਚ ਪ੍ਰਾਹੁਣੇ ਆਏ। ਮੇਘ ਕੌਣ ਹੈ? ਇੱਥੇ ਮੇਘ ਗੱਲ ਕੀਤੀ ਆ ਸਤਿਗੁਰੂ ਰੂਪੀ ਬੱਦਲ। ਵੀ ਜਦੋਂ ਗੁਰਸਿੱਖ ਗੁਰੂ ਕੀ ਸੰਗਤ ਵਿੱਚ ਆ ਜਾਂਦਾ ਹੈ, ਜਿਵੇਂ ਤੁਸੀਂ ਬੈਠੇ ਹੋ, ਗੁਰਬਾਣੀ ਦਾ ਉਪਦੇਸ਼ ਸੁਣਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸਿੱਖਿਆ ਨੂੰ ਸਰਵਣ ਕਰਦੇ ਹੋ, ਤਾਂ ਇਹ ਸਮਝੋ ਕਿ ਗੁਰੂ ਰੂਪੀ ਬੱਦਲ ਉਪਦੇਸ਼ ਦੀ ਵਰਖਾ ਕਰ ਰਿਹਾ ਹੈ। ਵਰਸੈ ਮੇਘ ਸਖੀ ਘਰ ਪਾਹੁਨ ਆਏ। ਹੇ ਸਖੀਏ, ਹੇ ਮੇਰੀ ਇਹ ਸਹੇਲੜੀਏ, ਭਾਵ ਗੁਰਸਿੱਖਾਂ ਨਾਲ ਪਿਆਰ ਭਰੇ ਬਚਨਾਂ ਵਿੱਚ ਇੱਕ ਗੁਰਸਿੱਖ ਗੱਲ ਕਰਦਾ ਹੈ ਵੀ ਮੇਰੇ ਗੁਰਸਿੱਖ ਮਿੱਤਰੋ, ਸਹੇਲੀਓ, ਮੇਰੇ ਤੇ ਕਿਰਪਾ ਹੋ ਗਈ ਸੰਗਤ ਵਿੱਚ ਜਾਣ ਦੇ ਨਾਲ। ਗੁਰੂ ਰੂਪੀ ਬੱਦਲ ਮੇਰੇ ਹਿਰਦੇ ਰੂਪੀ ਘਰ ਤੇ ਵਰਸ ਪਿਆ, ਭਾਵ ਮੇਰੀ ਸੁਰਤ ਤੇ ਗੁਰੂ ਦੇ ਉਪਦੇਸ਼ ਦੀ ਵਰਖਾ ਹੋ ਗਈ। ਬਰਸੈ ਮੇਘ ਸਖੀ ਘਰ ਪਾਹੁਨ ਆਏ। ਤਾਂ ਵਰਖਾ ਹੋਣ ਨਾਲ ਕੀ ਹੋਇਆ? ਮੇਰੇ ਹਿਰਦੇ ਘਰ ਵਿੱਚ ਪ੍ਰਾਹੁਣੇ ਆ ਗਏ। ਕਿਹੜੇ? ਸ਼ੁਭ ਗੁਣ, ਚੰਗੇ ਗੁਣ ਰੂਪੀ ਪ੍ਰਾਹੁਣੇ ਮੇਰੇ ਅੰਦਰ, ਮੇਰੀ ਸੁਰਤ ਵਿੱਚ ਵਸਣੇ ਸ਼ੁਰੂ ਹੋ ਗਏ। ਹੁਣ ਗੁਣ ਕਦੋਂ ਆਉਂਦੇ ਆ? ਜਦੋਂ ਅਸੀਂ ਗੁਰਬਾਣੀ ਦੇ ਉਪਦੇਸ਼ ਨੂੰ ਸੁਰਤ ਵਿੱਚ ਵਸਾਉਂਦੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਨਾ ਆਪਣੇ ਅੰਦਰ ਵਸਾਉਣਾ ਸ਼ੁਰੂ ਕਰ ਦੇਵਾਂਗੇ, ਤਾਂ ਸਾਡੇ ਅੰਦਰ ਗੁਣਾਂ ਦਾ ਵਾਸਾ ਹੋਣਾ ਸ਼ੁਰੂ ਹੋਊਗਾ। ਫਿਰ ਕੀ ਹੁੰਦਾ ਵੀ ਜਿਉਂ-ਜਿਉਂ ਗੁਣ ਆਉਣਗੇ, ਤਿਉਂ-ਤਿਉਂ ਅੰਦਰੋਂ ਔਗਣ ਰੂਪੀ ਮੈਲ ਬਾਹਰ ਹੁੰਦੀ ਜਾਊਗੀ। ਜਦੋਂ ਕੱਪੜੇ ਨੂੰ ਸਾਬਣ ਲੱਗਦਾ ਹੈ, ਤਾਂ ਸਾਬਣ ਲੱਗਣ ਦੇ ਨਾਲ ਜਿਹੜੀ ਕੱਪੜੇ ਵਿੱਚ ਪਈ ਹੋਈ ਮੈਲ ਹੈ ਉਹ ਬਾਹਰ ਨਿਕਲਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਅੰਦਰ ਦੀ ਮੈਲ ਕੱਢਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਵਰਤੇ ਆ। ਜਿਵੇਂ ਆਪਾਂ ਵੀ ਕੱਪੜੇ ਧੋਣ ਮੌਕੇ ਵੱਖ-ਵੱਖ ਤਰੀਕੇ ਵਰਤਦੇ ਆ। ਜਿਹੜੇ ਬਹੁਤ ਮੋਟੇ ਕੱਪੜੇ ਨੇ, ਹੁਣ ਤਾਂ ਉਹ ਹੁੰਦੇ ਨਹੀਂ, ਪਹਿਲਾਂ ਦੋਲੇ ਹੁੰਦੇ ਸੀ, ਤੇ ਜਦੋਂ ਬੀਬੀਆਂ ਧੋਂਦੀਆਂ ਹੁੰਦੀਆਂ ਸੀ ਨਾ, ਇੱਕ ਤੇ ਦੋਲੇ ਧੋਣੇ, ਫਿਰ 2 ਜਾਣੀਆਂ ਨੇ ਥਾਪੀਆਂ ਲੈ ਕੇ ਕੁੱਟਣੇ। ਉਹ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਦੇ ਤੇ ਬੜੇ ਪਿਆਰ ਨਾਲ ਸਮਝਾਉਂਦੇ ਆ। ਹੁਣ ਜਿਹੜਾ ਨਰਮ ਕੱਪੜਾ ਹੈ ਉਹ ਥੋੜਾ ਜਿਹਾ ਵੀ ਸਾਬਣ ਲਾਓ, ਹੱਥਾਂ 'ਚ ਹੀ ਮਲ ਦੋ, ਮੈਲ ਬਾਹਰ। ਕਈ ਵਾਰ ਵੇਖਿਆ ਵੀ ਇਹਦੇ ਜਰਦੇ 'ਚ ਮੈਲ ਫਸ ਗਈ, ਤਾਂ ਫਿਰ ਥਾਪੀ ਨਾਲ ਵੀ ਕੁੱਟਣਾ ਪੈਂਦਾ। ਕਈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਬੜੇ ਪਿਆਰ ਨਾਲ ਸਮਝਾਉਂਦੇ ਆ, ਕਿਤੇ
ਤਾੜਨਾ ਨਾਲ ਵੀ ਸਮਝਾਉਂਦੇ ਨੇ। ਤਾੜਨਾ ਨਾਲ ਇਹ ਵੀ ਜਦੋਂ ਕੋਈ ਹੁੰਦਾ ਕਿ ਸਤਿਗੁਰੂ ਕਹਿੰਦੇ ਮਨ ਮੂਰਖ ਕਾਹੇ ਬਿਲ ਲਾਈ ਹੈ ਪੁਰਬ ਲਿਖੇ ਕਾ ਲਿਖਿਆ ਭਾਈ। ਮੂਰਖ ਕਹਿ ਕੇ ਵੀ ਸੁਣਿਆ, ਕਿਉਂ ਐਵੇਂ ਚਵੜ ਚਵੜ ਕਰਦਾ? ਗੁਰੂ ਸਾਹਿਬ ਕਹਿੰਦੇ ਕਿਉਂ ਬਿਲ ਲਾ ਰਹੇ ਹੈ, ਕਿਉਂ ਤੜਫ ਰਹੇ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾੜਨਾ ਨਾਲ ਵੀ ਸਮਝਾਇਆ। ਹੁਣ ਜਿਹੜੀ ਗੁਰੂ ਦੀ ਤਾੜਨਾ ਹੈ ਇਹਦੇ ਵਿੱਚ ਕੋਈ ਈਰਖਾ ਨਹੀਂ ਹੈ। ਇਹ ਕਿਵੇਂ ਸਮਝਾਂਗੇ? ਹੁਣ ਜਿਵੇਂ ਮਾਤਾ ਪਿਤਾ ਵੀ ਆਪਣੇ ਬੱਚੇ ਨੂੰ ਤਾੜਨਾ ਕਰ ਦਿੰਦੇ ਹੈ, ਪਰ ਉਹੀ ਹੁਣ ਇੱਕ ਤਾਂ ਥੱਪੜ ਮਾਤਾ ਪਿਤਾ ਵੀ ਮਾਰਦਾ, ਟੀਚਰ ਵੀ ਮਾਰਦਾ। ਜੇ ਟੀਚਰ ਵੀ ਥੱਪੜ ਮਾਰ ਦੇਵੇ ਤਾਂ ਬੱਚਾ ਘਰੇ ਆ ਕੇ ਨਹੀਂ ਦੱਸਦਾ, ਜੇ ਘਰੇ ਆ ਕੇ ਦੱਸ ਵੀ ਦੇਵੇ ਤਾਂ ਸਿਆਣੇ ਮਾਂ-ਬਾਪ ਬੱਚੇ ਨੂੰ ਹੀ ਘੂਰਨਗੇ, ਟੀਚਰ ਨੂੰ ਉਲੰਭਾ ਨਹੀਂ ਦਿੰਦੇ ਵੀ ਕੋਈ ਗੱਲ ਨਹੀਂ ਉਹਦਾ ਫਰਜ਼ ਸੀ। ਮਾਂ-ਬਾਪ ਵੀ ਥੱਪੜ ਮਾਰ ਦੇਣਾ ਫਿਰ ਵੀ ਕੋਈ ਗੱਲ ਨਹੀਂ, ਪਰ ਜੇ ਗੁਆਂਢੀਆਂ ਦਾ ਕੋਈ ਆ ਕੇ ਬੱਚੇ ਦੇ ਥੱਪੜ ਮਾਰ ਜਾਵੇ ਤੇ ਮਾਂ-ਬਾਪ ਗੁਆਂਢੀ ਦੇ ਘਰ ਉਲੰਭਾ ਲੈ ਕੇ ਚਲੇ ਜਾਣਗੇ, ਤੂੰ ਸਾਡੇ ਬੱਚੇ ਦੇ ਕਿਉਂ ਮਾਰਿਆ। ਅਗਰ ਉਹ ਅੱਗੋਂ ਕਹੇ ਵੀ ਤੁਸੀਂ ਰੋਜ਼ ਮਾਰ ਦਿੰਦੇ ਹੋ, ਜੇ ਇੱਕ ਦਿਨ ਮੈਂ ਮਾਰਤਾ ਫਿਰ ਕੀ ਹੋ ਗਿਆ, ਕਹਾਂਗੇ ਵੀ ਤੇਰਾ ਮਤਲਬ ਨਹੀਂ, ਅਸੀਂ ਚਾਹੇ ਕੁਛ ਕਹੀਏ। ਇਸੇ ਤਰ੍ਹਾਂ ਗੁਰੂ ਮਹਾਰਾਜ ਦਾ ਜਿਹੜਾ ਥੱਪੜ ਕਹਿ ਲੋ, ਚਾਹ ਤਾੜਨਾ ਵਾਲੇ ਸ਼ਬਦ ਕਹਿ ਲੋ, ਝਿੜਕ ਕਹਿ ਲੋ, ਉਹ ਇੱਕ ਮਾਂ-ਬਾਪ ਦੀ ਤਰ੍ਹਾਂ, ਇੱਕ ਟੀਚਰ ਦੀ ਤਰ੍ਹਾਂ ਹੈ। ਕਿਉਂਕਿ ਜਿਹੜਾ ਕੋਈ ਕਿਸੇ ਟੀਚਰ ਜਾਂ ਮਾਂ-ਬਾਪ ਤੋਂ ਬਗੈਰ ਕਿਸੇ ਨੇ ਥੱਪੜ ਮਾਰਿਆ ਉਹਦੇ ਵਿੱਚ ਕੋਈ ਈਰਖਾ ਹੋ ਸਕਦੀ ਹੈ, ਉਹਦੇ ਵਿੱਚ ਕੋਈ ਈਰਖਾ ਛੁਪੀ ਹੋ ਸਕਦੀ ਹੈ। ਪਰੰਤੂ ਮਾਤਾ ਪਿਤਾ ਦੇ ਤਾੜਨਾ ਵਿੱਚ ਕੋਈ ਈਰਖਾ ਨਹੀਂ ਹੈ। ਅੰਦਰ ਭਾਵਨਾ ਕੀ ਹੈ ਕਿ ਇਹਦਾ ਜੀਵਨ ਵਧੀਆ ਬਣ ਜੇ। ਗੁਰੂ ਸਾਹਿਬ ਵੀ ਜਦੋਂ ਸਾਨੂੰ ਝਿੜਕ ਦਿੰਦੇ ਨੇ, ਤਾੜਨਾ ਕਰਦੇ ਹੈ, ਤਾਂ ਉਹਦੇ ਪਿੱਛੇ ਵੀ ਸਾਡੇ ਜੀਵਨ ਨੂੰ ਬਦਲਣ ਦਾ ਮਕਸਦ ਹੈ। ਉਹਦੇ ਵਿੱਚ ਵੀ ਇੱਕ ਪ੍ਰੇਮ ਦੀ ਭਾਵਨਾ ਹੈ। ਜਿਵੇਂ ਮਾਤਾ ਪਿਤਾ ਝਿੜਕ ਕੇ ਬੱਚੇ ਨੂੰ ਗਲ ਲਾ ਲੈਂਦੇ, ਇਸੇ ਤਰ੍ਹਾਂ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਾਹੁੜ ਪਿਤਾ ਗਲ ਲਾਵੇ। ਗੁਰੂ ਸਾਹਿਬ ਵੀ ਉਪਦੇਸ਼ ਕਰਕੇ ਬਹੁਤ ਤਰੀਕਿਆਂ ਨਾਲ ਸਾਨੂੰ ਝਿੜਕਦੇ ਵੀ ਹੈ, ਪਰ ਇਹੀ ਸਤਿਗੁਰੂ ਸਾਨੂੰ ਗਲ ਵੀ ਲਾਉਂਦੇ ਹੈ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਕਿਰਪਾ ਕਰਦੇ ਨੇ, ਗੁਰੂ ਰੂਪੀ ਬੱਦਲ ਉਪਦੇਸ਼ ਦੀ ਵਰਖਾ ਕਰਦਾ ਹੈ, ਤਾਂ ਜਿਹੜੀ ਵਰਖਾ ਹੈ ਇਹ ਧਰਤੀ ਵਿੱਚ ਸਮਾ ਜਾਂਦੀ ਹੈ। ਇਹ ਸਾਡਾ ਹਿਰਦਾ ਘਰ, ਸੁਰਤ ਦੇ ਉੱਤੇ ਗੁਰੂ ਦੇ ਉਪਦੇਸ਼ ਦੀ ਵਰਖਾ ਹੋਈ ਤਾਂ ਅੰਦਰ ਸ਼ੁਭ ਗੁਣ ਪੈਦਾ ਹੋਣੇ ਸ਼ੁਰੂ ਹੋ ਗਏ। ਸ਼ੁਭ ਗੁਣਾਂ ਦੇ ਨਾਲ ਔਗਣ ਜਿਹੜੇ ਨੇ ਉਹ ਅੰਦਰੋਂ ਬਾਹਰ ਜਾਣੇ ਸ਼ੁਰੂ ਹੋ ਗਏ। ਜਿਵੇਂ ਕਿ ਕੱਪੜੇ ਨੂੰ ਮੈਲ ਜਿਹੜੀ ਹੈ ਸਾਬਣ ਲਾ ਕੇ ਬਾਹਰ ਕੱਢ ਦਿੱਤੀ ਜਾਂਦੀ ਹੈ, ਗੁਰੂ ਪਾਤਸ਼ਾਹ ਵੀ ਸਾਨੂੰ ਨਾਮ ਦਾ ਸਾਬਣ ਲਾਉਂਦੇ ਹੈ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸਤਿਗੁਰੂ ਪਾਤਸ਼ਾਹ ਉਪਦੇਸ਼ ਦੇ ਕੇ ਸਾਡੇ ਅੰਦਰੋਂ ਔਗਣ ਕੱਢ ਦਿੰਦੇ ਨੇ। ਸਾਨੂੰ ਉਪਦੇਸ਼ ਵੀ ਇਹ ਦਿੱਤਾ ਵੀ ਸਾਂਝ ਕਰੀਜੈ ਗੁਣਹਿ ਕੇਰੀ, ਛੋੜ ਅਵਗੁਣ ਚੱਲੀ ਹੈ। ਤੂੰ ਗੁਣਾਂ ਦੀ ਸਾਂਝ ਪਾ, ਔਗਣਾਂ ਨੂੰ ਛੱਡ ਦੇ। ਇਸ ਕਰਕੇ ਚੰਗੀ ਸੰਗਤ ਕਰਨ ਦੀ ਪ੍ਰੇਰਨਾ ਦਿੱਤੀ ਹੈ ਤੇ ਮਾੜੀ ਕੁਸੰਗਤ ਜਿਹੜੀ ਹੈ ਉਹ ਤੋਂ ਸਾਨੂੰ ਬਚਣ ਦੀ ਪ੍ਰੇਰਨਾ ਦਿੱਤੀ ਹੈ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਅਗਰ ਤੂੰ ਵੇਖ ਕਾਲੇ ਬਰਤਨ ਨੂੰ ਛੂਹੇਗਾ, ਜਿਹਨੂੰ ਸਵਾਹ ਲੱਗੀ ਹੋਈ ਹੈ, ਕਾਲਖ ਲੱਗੀ ਹੋਈ ਹੈ, ਤਾਂ ਉਹਨੂੰ ਛੂਹਣ ਦੇ ਨਾਲ, ਉਹਦੇ ਨੇੜੇ ਜਾਣ ਦੇ ਨਾਲ ਵੀ ਤੇਰੇ ਕਿਤੇ ਨਾ ਕਿਤੇ ਕੱਪੜਿਆਂ ਨੂੰ ਕਾਲਖ ਲੱਗ ਜਾਂਦੀ ਹੈ। ਜਿਹੜੇ ਸੱਜਣ ਲੰਗਰ ਦੇ ਵਿੱਚ ਸੇਵਾ ਕਰਦੇ ਹੈ, ਤੁਸੀਂ ਵੇਖੋ ਚਾਹੇ ਉਹ ਕਿੰਨੇ ਹੀ ਸੰਭਲ ਕੇ ਸੇਵਾ ਕਰਨ, ਪਰ ਕਿਤੇ ਨਾ ਕਿਤੇ ਕਾਲਖ ਜਿਹੜੀ ਹੈ ਭਾਂਡੇ ਦੀ ਲੱਗ ਹੀ ਜਾਂਦੀ ਹੈ।
ਉਹ ਤੇ ਵੱਖਰੀ ਗੱਲ, ਉਹ ਤੇ ਸੇਵਾ ਕਰਨੀ ਹੈ ਆਪਾਂ। ਪਰ ਸਤਿਗੁਰੂ ਜੀ ਨੇ ਕੁਸੰਗਤ ਨੂੰ ਵੀ ਇਹ ਕਾਲੇ ਬਰਤਨ ਨਾਲ ਤਰਜੀਹ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਇਹ ਬਚਨ ਕਰਤਾ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜਿਹੜੀ ਸੰਗਤ ਹੈ ਇਹ ਮਨੁੱਖ ਨੂੰ ਉੱਚਾ ਚੁੱਕ ਦਿੰਦੀ ਹੈ। ਇਹ ਸਮਝੋ ਵੀ ਜਦੋਂ ਅਸੀਂ ਸੰਗਤ ਕਰਨੀ ਸ਼ੁਰੂ ਕਰਤੀ ਤਾਂ ਅਸੀਂ ਭਵਜਲ ਤੋਂ ਤਰ ਜਾਵਾਂਗੇ, ਤੇ ਜਿਹੜੀ ਕੁਸੰਗਤ ਹੈ ਇਹ ਸਾਨੂੰ ਵਿਕਾਰਾਂ ਦੇ ਹੜ੍ਹ ਵਿੱਚ ਵਹਾ ਕੇ ਰੱਖ ਦੇਵੇਗੀ, ਇਹ ਭੌਜਲ ਸੰਸਾਰ ਵਿੱਚ ਡੋਬ ਕੇ ਰੱਖ ਦੇਵੇਗੀ। ਇਸ ਤੋਂ ਬਚਣ ਵਾਸਤੇ ਗੁਰਬਾਣੀ ਨੇ ਬਹੁਤ ਵਾਰ ਸਾਨੂੰ ਪ੍ਰੇਰਨਾ ਕੀਤੀ ਵੀ ਤੂੰ ਸੰਗਤ ਕਰ, ਕੁਸੰਗਤ ਤੋਂ ਬਚ। ਇਹ ਵੀ ਕਹਿ ਦਿੱਤਾ ਕਿ ਕੁਸੰਗਤ ਐਸੀ ਹੈ ਜਿਵੇਂ ਕੇਲੇ ਦੇ ਕੋਲੇ ਬੇਰੀ ਖੜੀ ਹੋਵੇ ਤੇ ਜਦੋਂ ਹਵਾ ਆਉਂਦੀ ਹੈ ਉਹ ਬੇਰੀ ਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੇ ਨੇ। ਕਿੰਨੇ ਹੀ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤੇ ਹੈ। ਮਕਸਦ ਇਹੀ ਹੈ ਕਿ ਤੂੰ ਸੰਗਤ ਕਰੇ, ਗੁਰੂ ਦੇ ਉਪਦੇਸ਼ ਨੂੰ ਸੁਣੇ, ਤਾਂ ਤੇਰੇ ਅੰਦਰ ਜਦੋਂ ਗੁਰੂ ਉਪਦੇਸ਼ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ, ਤੇਰੇ ਅੰਦਰੋਂ ਵਿਕਾਰਾਂ ਦੀ ਮੈਲ ਜਿਹੜੀ ਹੈ ਉਹ ਹੌਲੀ ਹੌਲੀ ਕਰਕੇ ਨਿਕਲਣੀ ਸ਼ੁਰੂ ਹੋ ਜੂ। ਇੱਕ ਇਹ ਵੀ ਗਹਿਰਾ ਪੁਆਇੰਟ ਹੈ ਕਿ ਜਦੋਂ ਕੋਈ ਮਨੁੱਖ ਬਾਣੀ ਪੜ੍ਹਦਾ ਪੂਰੀ ਇਕਾਗਰਤਾ ਨਾਲ, ਤਾਂ ਕਈ ਵਾਰ ਐਸਾ ਹੁੰਦਾ ਹੈ ਵੀ ਉਹਨੂੰ ਬੜੇ ਬੁਰੇ ਬੁਰੇ ਖਿਆਲ ਵੀ ਆਉਣੇ ਸ਼ੁਰੂ ਹੋ ਜਾਂਦੇ ਆ, ਗਲਤ ਖਿਆਲ ਉਹਦੇ ਦਿਮਾਗ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ। ਕਈ ਵਾਰ ਐਸੇ ਮਿਲੇ ਹੈ ਵੀ ਬਾਣੀ ਪੜ੍ਹਨ ਲੱਗਦੇ ਆ ਤਾਂ ਗਲਤ ਖਿਆਲ ਮੂਹਰੇ ਆਉਂਦੇ ਆ। ਉਹਦਾ ਭਾਵ ਵੀ ਇਹੀ ਹੈ, ਜੇ ਗਹਿਰੇ ਚਲੇ ਜਾਈਏ, ਵੀ ਜਦੋਂ ਪੂਰੀ ਇਕਾਗਰਤਾ ਨਾਲ ਬਾਣੀ ਤੂੰ ਪੜ੍ਹ ਰਿਹਾ, ਬਾਣੀ ਦੀ ਵਿਚਾਰ ਕਰ ਰਿਹਾ, ਸੰਗਤ ਕਰ ਰਿਹਾ, ਤਾਂ ਇਹ ਸਮਝ ਲੈ ਤੇਰੇ ਅੰਦਰੋਂ ਮੈਲ ਹੁਣ ਬਾਹਰ ਨੂੰ ਆ ਰਹੀ ਹੈ। ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰ, ਉਹ ਨਿਕਲ ਜਾਣ ਦੇ, ਉਹ ਬਾਹਰ ਜਾਣ ਦੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਰਸੈ ਮੇਘ ਸਖੀ ਘਰ ਪਾਹਨ ਆਏ। ਹੇ ਮੇਰੀ ਸਖੀਓ, ਐ ਮੇਰੇ ਗੁਰਸਿੱਖ ਮਿੱਤਰੋ, ਮੇਰੇ ਤੇ ਗੁਰੂ ਰੂਪੀ ਬੱਦਲ ਨੇ ਕਿਰਪਾ ਕਰਤੀ, ਉਪਦੇਸ਼ ਦੀ ਵਰਖਾ ਕਰ ਦਿੱਤੀ ਮੇਰੀ ਸੁਰਤ ਵਿੱਚ, ਤਾਂ ਮੇਰੇ ਘਰ, ਮੇਰੇ ਹਿਰਦੇ ਵਿੱਚ ਸ਼ੁਭ ਗੁਣਾ ਰੂਪੀ ਪ੍ਰਾਹੁਣੇ ਆ ਕੇ ਵਸਣੇ ਸ਼ੁਰੂ ਹੋ ਗਏ। ਵਰਸੈ ਮੇਘ ਸਖੀ ਘਰ ਪਾਹਨ ਆਏ। ਇਸ ਤਰ੍ਹਾਂ ਹੁਣ ਘਰੇ ਆਪਾਂ ਵੀ ਪ੍ਰਾਹੁਣੇ ਵਸਾਉਣੇ ਆ, ਸਾਡੇ ਵੀ ਆ ਜਾਣ ਸ਼ੁਭ ਗੁਣ ਪ੍ਰਾਹੁਣੇ ਆ, ਦੁਨਿਆਵੀ ਪ੍ਰਾਹੁਣੇ ਵੀ ਸਾਡੇ ਆਉਂਦੇ ਆ। ਤੇ ਜੇ ਤਾਂ ਗੁਰਮੁਖੋ ਸ਼ੁਭ ਗੁਣ ਆ ਗਏ, ਇੱਕ ਤਾਂ ਇਹ ਪ੍ਰਾਹੁਣੇ ਆ, ਇੱਕ ਦੁਨੀਆਦਾਰ ਦੇ ਪ੍ਰਾਹੁਣੇ ਵੀ, ਰਿਸ਼ਤੇਦਾਰ ਵੀ ਆਪਣੇ ਆਉਂਦੇ ਆ। ਤੇ ਜੇ ਉਹ ਤੁਹਾਨੂੰ ਗੁਰੂ ਨੂੰ ਤੋੜ ਦੇਣ ਜਾਂ ਔਗਣ ਵਿਕਾਰ ਜਿਹੜੇ ਸਤਿਗੁਰੂ ਤੋਂ ਦੂਰ ਕਰ ਦਿੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਪ੍ਰਾਹੁਣੇ ਨਾ ਜਾਣੀ, ਉਹਨਾਂ ਨੂੰ ਮਿੱਤਰ ਨਾ ਜਾਣੀ, ਅਸਲ ਵਿੱਚ ਉਹ ਜਾਮ ਆ ਗਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ, ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੋ ਮਲਾਵਤੀ ਉਪਜੈ ਨਾਹੀ ਦਾਮ, ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਮਤ ਜਾਣੀ ਵੀ ਤੇਰੇ ਉਹ ਮੀਤ ਨੇ, ਤੇਰੇ ਉਹ ਸੱਜਣ ਹੈ, ਇਹ ਸਮਝ ਲੈ ਵੀ ਤੇਰੇ ਘਰੇ ਜਾਮ ਆ ਗਏ। ਕਈ ਵਾਰ ਦੁਨਿਆਵੀ ਪ੍ਰਾਹੁਣਾ ਵੀ ਆ ਜਾਂਦਾ ਹੈ। ਹੁਣ ਤਾਂ ਚਲੋ ਦੁਨੀਆ ਪੜ੍ਹ ਲੇਗੀ, ਪਹਿਲਾਂ ਪ੍ਰਾਹੁਣੇ ਦਾ ਸਤਿਕਾਰ ਲੋਕੀ ਬਹੁਤਾ ਹੀ ਕਰਦੇ ਹੁੰਦੇ। ਤੀਜੇ ਸਤਿਕਾਰ ਕਰਨ ਦਾ ਢੰਗ ਇਹ ਸੀ ਵੀ ਜਿੱਦੇ ਪ੍ਰਾਹੁਣੇ ਨੇ ਆਉਣਾ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਸ਼ਰਾਬ ਦਾ ਪ੍ਰਬੰਧ ਕਰਦੇ ਸੀ, ਕਿਉਂ ਦੁਨੀਆ ਦੇ ਵਿੱਚ ਇਸ ਵੀ ਪ੍ਰਾਹੁਣਚਾਰੀ ਹੋਈ ਇਸ ਕੰਮ ਨਾਲ ਹੁੰਦੀ ਹੈ। ਤੇ ਜੇ ਪ੍ਰਾਹੁਣਾ ਆ ਵੀ ਜਾਂਦਾ, ਕਿ ਇਸ ਤਰ੍ਹਾਂ ਦਾ ਵੀ ਪਰਿਵਾਰ ਹੁੰਦਾ ਵੀ ਨਹੀਂ ਇਹ ਪਾਸੇ ਵਾਲਾ ਸੀ। ਤੇ ਜਿਹੜੇ ਹੁਣ ਭਾਈ ਪੀਣ ਵਾਲੇ ਹੁੰਦੇ ਸੀ ਜਾਂ ਸ਼ਰਾਬ ਦੀ ਚਾਹਨਾ ਰੱਖਣ ਵਾਲੇ, ਜਦੋਂ ਸ਼ਾਮ ਦਾ ਟਾਈਮ ਹੋਣਾ ਉਹਨੂੰ ਬਾਰ-ਬਾਰ ਪੁੱਛਣਾ ਵੀ ਰੋਟੀ ਖਾ ਲਓ, ਕਹੂ ਖਾਣੇ ਆ। ਫੇਰ ਕਹਿਣਗੇ ਰੋਟੀ ਕਦੋਂ ਖਾਣੀ ਆ, ਖਾ ਲੈਂਦੇ ਆ।
ਜਦੋਂ ਨੇ 2-3 ਵਾਰੀ ਵੇਖਿਆ ਵੀ ਇਹ ਤਾਂ ਪੁੱਛਦਾ ਹੀ ਨਹੀਂ, ਕਹਿੰਦੇ ਰੋਟੀ ਖਾ ਲਾ, ਕਦੋਂ ਕੁ ਖਾਵੇਂਗਾ? ਕਹਿੰਦਾ ਖਾ ਲਾਂਗੇ ਜਦੋਂ ਖਾਣ ਵਾਲੇ ਬਣਾ ਲਓਗੇ। ਜਦੋਂ ਖਾਣ ਵਾਲੇ ਕਰ ਲਓਗੇ ਤਾਂ ਰੋਟੀ ਵੀ, ਹੁਣ ਹਜੇ ਤੇਰੇ ਦੰਦ ਨਹੀਂ ਆਏ ਵੀ ਰੋਟੀ ਖਾ ਸਕਦੇ, ਖਾਣ ਵਾਲੇ ਬਣਾ ਲਓ। ਭਾਵ ਕੀ ਆ ਵੀ ਜਿਹੜੀ ਚੀਜ਼ ਲਿਆ ਫੇਰ ਹੀ ਹੋਊਗਾ। ਤਾਂ ਸਤਿਗੁਰੂ ਕਹਿੰਦੇ ਮਤ ਜਾਣੇ ਪ੍ਰਾਹੁਣਾ, ਇਹ ਮੀਤ ਸੱਜਣ ਸਭ ਜਾਮ, ਇਹ ਜਾਮ ਆ ਗਿਆ ਤੇਰੇ। ਤੈਨੂੰ ਇਹ ਨਹੀਂ ਕਿਹਾ ਵੀ ਆ ਬਾਣੀ। ਹੁਣ ਇੱਕ ਪ੍ਰਾਹੁਣਾ ਉਹ ਆ ਗਿਆ, ਉਹਨੂੰ ਪੁੱਛਿਆ ਵੀ ਪ੍ਰਸ਼ਾਦਾ ਛਕ ਲਾ, ਉਹ ਕਹਿੰਦਾ ਨਹੀਂ ਪਹਿਲਾਂ ਰਹਿ ਰਾਜ ਸਾਹਿਬ ਦਾ ਪਾਠ ਕਰਾਂਗੇ, ਉਸ ਤੋਂ ਬਾਅਦ ਪ੍ਰਸ਼ਾਦਾ ਛਕਾਂਗੇ। ਪ੍ਰਾਹੁਣਾ ਤਾਂ ਫਿਰ ਉਹ ਹੈ ਨਾ ਅਸਲ ਵਿੱਚ, ਜਿਹਨੇ ਆ ਕੇ ਤੁਹਾਨੂੰ ਵੀ ਗੁਰਬਾਣੀ ਨਾਲ ਜੋੜ ਦਿੱਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀ ਚੰਗੀ ਸੰਗਤ ਹੈ ਉਹ ਭਾਈ ਤਾਰ ਦਿੰਦੀ ਹੈ, ਤੇ ਜਿਹੜੀ ਮਾੜੀ ਸੰਗਤ ਹੈ, ਹੁਣ ਇਹ ਕਥਾ ਭਾਵ ਨੂੰ ਗਾ ਕੇ ਪੜਨ ਲੱਗੇ ਆ। ਜੋ ਮੈਂ ਗੱਲ ਕਥਾ ਰਾਹੀਂ ਕਹਿਣੀ ਚਾਹੁੰਦਾ ਉਸੇ ਨੂੰ ਸਾਜ਼ਾਂ ਨਾਲ ਗਾ ਕੇ ਕਹਿ ਰਿਹਾ। ਡੋਬ ਦਿੰਦੀ ਐ ਕੁਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਐ ਕੁਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਐ। ਡੋਬ ਦਿੰਦੀ ਹੈ ਕੁਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਹੈ। ਡੋਬ ਦਿੰਦੀ ਹੈ ਕੁਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਹੈ। ਸਤ ਸੰਗ ਤਾਰ ਦਿੰਦੀ ਐ, ਡੋਬ ਦਿੰਦੀ ਐ ਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਐ। ਡੋਬ ਦਿੰਦੀ ਹੈ ਕੁਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਹੈ। ਡੋਬ ਦਿੰਦੀ ਹੈ ਕੁਸੰਗਤ ਮਾੜੇ ਬੰਦਿਆਂ ਦੀ, ਸਤ ਸੰਗ ਤਾਰ ਦਿੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਕਰਨ ਦੀ ਪ੍ਰੇਰਨਾ, ਗੱਲ ਚੱਲ ਰਹੀ ਸੀ ਵਰਸੈ ਮੇਘ ਸਖੀ ਘਰ ਪਾਹੁਨ ਆਏ, ਹੇ ਸਖੀ ਹੈ ਮੇਰੇ ਮਿੱਤਰੋ। ਇਹ ਗੁਰਸਿੱਖ ਭਾਈਓ, ਪ੍ਰਮਾਤਮਾ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਕਿ ਮੇਰੇ ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਦੁਆਰਾ ਸ਼ੁਭ ਗੁਣਾ ਰੂਪੀ ਪ੍ਰਾਹੁਣੇ ਆ ਕੇ ਬਸ ਗਏ। ਮੋਹੇ ਦੀਨ ਕਿਰਪਾ ਨਿਧ ਠਾਕੁਰ, ਨਵ ਨਿਧ ਨਾਮ ਸਮਾਏ। ਵਾਹਿਗੁਰੂ ਨੇ ਕਿਰਪਾ ਕੀਤੀ ਬਈ ਇਹ ਸ਼ੁਭ ਗੁਣ ਜਦੋਂ ਅੰਦਰ ਆਉਣੇ ਸ਼ੁਰੂ ਹੋ ਗਏ ਤਾਂ ਪ੍ਰਮਾਤਮਾ ਆ ਵਸਿਆ ਹਿਰਦੇ ਵਿੱਚ। ਜਿੱਥੇ ਅੰਦਰ ਰੱਬੀ ਗੁਣ ਆ ਗਏ ਉੱਥੇ ਫਿਰ ਪ੍ਰਮਾਤਮਾ ਦਾ ਵਾਸਾ ਹੋ ਗਿਆ। ਹੁਣ ਜਦੋਂ ਵਾਹਿਗੁਰੂ ਆ ਗਿਆ ਤਾਂ ਮੋਹੇ ਦੀਨ ਕਿਰਪਾ ਨਿਧ ਠਾਕੁਰ, ਮੇਰੇ ਗਰੀਬ ਉੱਤੇ ਉਸ ਅਕਾਲ ਪੁਰਖ ਨੇ ਇਹ ਬਖਸ਼ਿਸ਼ ਕਰਤੀ, ਨਵ ਨਿਧ ਨਾਮ ਸਮਾਏ। 9 ਨਿਧੀਆਂ ਦੇ ਨਾਮ, ਜਿਹੜਾ ਨਾਮ ਹੈ ਇਹ 9 ਨਿਧੀਆਂ ਦਾ ਖਜ਼ਾਨਾ ਹੈ। ਸਾਰੇ ਇਹ ਨਾਮ ਜਿਹਦੇ ਨਾਲ ਨਿਧ ਆਉਂਦੀ ਹੈ, ਰਿੱਧ ਸਿੱਧ ਨਿਧ, 9 ਨਿਧੀ ਨਵ ਨਿਧ ਨਾਮ ਸਮਾਏ। ਮੇਰਾ ਉਸ ਨਾਮ ਦੇ ਵਿੱਚ ਵਾਸਾ ਹੋ ਗਿਆ, ਭਾਵ ਸੁਰਤ ਪਰਮੇਸ਼ਰ ਦੇ ਨਾਮ ਨਾਲ ਜੁੜ ਗਈ। ਸੁਰਤ ਮਹਿਸੂਸ ਕਰਨਾ ਸ਼ੁਰੂ ਕਰਨ ਲੱਗੀ ਕਿ ਵਾਹਿਗੁਰੂ ਹਾਜ਼ਰ ਨਾਜ਼ਰ ਮੇਰੇ ਅੰਗ ਸੰਗ ਹੈ। ਸੁਰਤ ਵਿੱਚ ਆਸਤਕ ਭਾਵਨਾ ਆ ਗਈ
ਇਹਨੇ ਮਹਿਸੂਸ ਕਰਨਾ ਸ਼ੁਰੂ ਕਰਤਾ ਕਿ ਵਾਹਿਗੁਰੂ ਹੈ, ਤੂੰ ਹੈ, ਤੂੰ ਹੋਵਨਹਾਰ। ਇਹ ਗਹਿਰੇ ਤਲ ਵਿੱਚ ਗੱਲ ਚਲੀ ਗਈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਨ ਨੇ ਮੰਨ ਲਿਆ, ਸੁਰਤ ਵਿੱਚ ਗਹਿਰਾ ਘਰ ਕਰ ਗਈ ਗੱਲ। ਜਦੋਂ ਇਹ ਗੱਲ ਸਾਡੇ ਅੰਦਰ ਪੱਕੀ ਹੋ ਜੇ ਤਾਂ ਫਿਰ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ ਵੀ ਪ੍ਰਮਾਤਮਾ ਅੰਦਰ ਹੈ, ਹਰ ਸਮੇਂ ਅੰਗ ਸੰਗ ਹੈ, ਉਹ ਤੋਂ ਬਗੈਰ ਪੱਤਾ ਵੀ ਨਹੀਂ ਝੂਲ ਸਕਦਾ। ਸਭ ਕੁਝ ਕਰਨ ਕਾਰਨ ਉਹੀ ਹੈ, ਜੰਮਣਾ ਮਰਨਾ ਉਸ ਮਾਲਕ ਦੇ ਹੱਥ ਵਿੱਚ ਹੈ, ਦਾਤਾ ਇੱਕ ਦੁਨੀਆ ਤੇ ਉਹੀ ਹੈ, ਉਹ ਤੋਂ ਬਗੈਰ ਕਿਸੇ ਦੇ ਹੋਰ ਹੱਥ ਵਿੱਚ ਸ਼ਕਤੀ ਨਹੀਂ। ਕੋਈ ਦੁਖੀ ਕਰ ਦੇਵੇ, ਕੋਈ ਸੁਖੀ। ਕਿੱਡਾ ਵੱਡਾ ਆਤਮ ਵਿਸ਼ਵਾਸ ਹੋ ਗਿਆ। ਕਹਿੰਦਾ ਕਿਆ ਤੂੰ ਸੋਚੇ, ਕਿਆ ਤੂੰ ਚਿਤਵੇ, ਕਿਆ ਤੂੰ ਕਰਹਿ ਉਪਾਏ, ਤਾਂ ਕੋ ਕਹੋ ਪਰਵਾਹ ਕਾਹੂ ਕੀ, ਜਿਹ ਗੋਪਾਲ ਸਹਾਇ। ਬੇਪਰਵਾਹੀ ਆ ਗਈ। ਬੇਪਰਵਾਹੀ ਇੱਕ ਬਹੁਤ ਉੱਚੀ ਅਵਸਥਾ ਹੈ। ਇੱਕ ਹੁੰਦੇ ਹੈ ਝਗੜਾਲੂ, ਲੜਾਈ ਝਗੜੇ ਵਾਲਾ, ਉਹ ਵੱਖਰੀ ਗੱਲ ਹੈ ਵੀ ਉਹ ਬੇਪਰਵਾਹ ਹੋਰ ਚੀਜ਼ ਹੈ। ਬੇਪਰਵਾਹੀ ਦਾ ਅਰਥ ਇਹ ਨਹੀਂ ਵੀ ਕੁਝ ਵੀ ਹੋਈ ਚੱਲੇ। ਹੁਣ ਇਹ ਇੱਕ ਸੁਰਤ ਦੀ ਅਵਸਥਾ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਰੰਗ ਹੱਸੇ ਰੰਗ ਰੋਵੇ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਮ। ਹੁਣ ਇਹ ਸੁਰਤ ਵਿੱਚ ਅਵਸਥਾ ਦੇਖੋ, ਗੁਰੂ ਮਹਾਰਾਜ ਕਹਿੰਦੇ ਆਉਂਦੀ ਕਿਵੇਂ ਆ। ਸਾਨੂੰ ਕਿੰਨਾ ਸੋਹਣਾ ਤਰੀਕਾ ਦੱਸਦਾ ਪਾਵਨ ਸ਼ਬਦ ਦੁਆਰਾ। ਕਿਆ ਤੂੰ ਸੋਚੈ, ਸਤਿਗੁਰੂ ਕਹਿੰਦੇ ਕੀ ਤੂੰ ਸੋਚਾਂ ਸੋਚਦਾ, ਕਿਆ ਤੂੰ ਚਿਤਵੈ, ਕਿਹੜੀਆਂ ਚਿਤਵਨੀਆਂ ਵਿੱਚ ਪਿਆ ਹੋਇਆ। ਹੁਣ ਸਾਡੇ ਅੰਦਰ ਦੋ ਹੀ ਗੱਲਾਂ ਚੱਲਦੀਆਂ, ਜਿਹੜੀ ਤਾਂ ਬੀਤ ਗਈ ਗੱਲ ਉਹਦਾ ਪਛਤਾਵਾ ਹੈ, ਤੇ ਜਿਹੜੀ ਅਜੇ ਆਈ ਨਹੀਂ ਹੈ ਉਹਦੀ ਚਿੰਤਾ ਹੈ। ਦੋ ਗੱਲਾਂ ਤੇ ਜ਼ਿੰਦਗੀ ਨਿਰਭਰ ਹੋ ਗਈ। ਜੋ ਬੀਤ ਗਿਆ ਉਹਦਾ ਪਛਤਾਵਾ ਤੇ ਆਉਣ ਵਾਲੇ ਦੀ ਚਿੰਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਗੱਲਾਂ ਤੋਂ ਬਾਹਰ ਆ ਕੇ ਤੂੰ ਵਰਤਮਾਨ ਵਿੱਚ ਸੋਚ। ਇੱਥੇ ਆ ਕੇ ਉਸ ਕਰਤੇ ਦਾ ਚਿੰਤਨ ਕਰ। ਇਹਨਾਂ ਹੀ ਭਾਵਾਂ ਵਿੱਚ ਕਿਹਾ ਫਿਰ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗਿਆ ਕਰ ਧਰਿਆ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣ ਹਾਰ, ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ। ਇਸ ਭਾਵਨਾ ਵਿੱਚ ਗੁਰੂ ਸਾਹਿਬ ਕਹਿੰਦੇ ਕਿਆ ਤੂੰ ਸੋਚੈ, ਕਿਆ ਤੂੰ ਚਿਤਵੈ, ਕਿਹੜੀ ਚਿਤਵਨੀ ਵਿੱਚ ਪਿਆ ਹੋਇਆ। ਤੂੰ ਚਿੰਤਾ ਨਹੀਂ ਕਰਨੀ, ਉਸ ਮਾਲਕ ਦਾ ਚੇਤਾ ਕਰਨਾ। ਚੇਤੇ ਵਿੱਚ ਰੱਖਣਾ ਹੀ ਸਿਮਰਨ ਹੈ। ਇਹ ਤਾਂ ਤੁਸੀਂ ਬਹੁਤ ਵਾਰੀ ਭਾਈ ਸਾਹਿਬ ਜੀ ਤੋਂ ਬਚਨ ਸੁਣੇ ਹੈ ਵੀ ਸਿਮਰਨ ਕਹਿ ਲੋ, ਯਾਦ ਕਹਿ ਲੋ, ਚੇਤਾ ਕਹਿ ਲੋ। ਇੱਕੋ ਹੀ ਅਰਥਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਹੈ। ਸੰਸਕ੍ਰਿਤ ਵਿੱਚ ਸਿਮਰਨ ਕਹਿ ਦਿੰਦੇ ਆ, ਹਿੰਦੀ ਵਿੱਚ ਯਾਦ ਕਹਿ ਦਿੰਦੇ ਆ, ਪੰਜਾਬੀ ਵਿੱਚ ਚੇਤਾ ਕਹਿ ਦਿੰਦੇ ਆ। ਜੋ ਚੇਤੇ ਵਿੱਚ ਹੈ ਉਹ ਸਿਮਰਨ ਹੈ। ਜੋ ਚੇਤੇ, ਪਰਿਵਾਰ ਚੇਤੇ ਵਿੱਚ ਹੈ, ਬੈਂਕ ਬੈਲੈਂਸ ਚੇਤੇ ਵਿੱਚ ਹੈ, ਜਾਇਦਾਦ ਚੇਤੇ ਵਿੱਚ ਹੈ। ਇਸ ਕਰਕੇ ਵੀ ਜਿਹੜੀ ਚੀਜ਼ ਚੇਤੇ ਹੈ ਉਹਦਾ ਸਿਮਰਨ ਹੈ। ਜੇ ਚੇਤੇ ਨਹੀਂ ਹੈ ਤਾਂ ਕੀ ਹੈ? ਪਰਮਾਤਮਾ। ਪਰਮਾਤਮਾ ਦੂਰ ਨਹੀਂ ਹੈ, ਤਾਂ ਕੋਲੀ, ਪਰ ਚਿੱਤ ਚੋਂ ਵਿਸਰ ਗਿਆ। ਹੁਣ ਕੋਈ ਕਈ ਵਾਰ ਕੀ ਹੁੰਦਾ ਵੀ ਆਮ ਤੌਰ ਤੇ ਆਪਾਂ ਕਈ ਵਾਰ ਚਿੱਤ ਚੋਂ ਵਿਸਰ ਜਾਂਦਾ ਵੀ ਮੇਰੀ ਜੇਬ 'ਚ ਪੈਸੇ ਹੈਗੇ ਆ, ਹੈ ਜੇਬ ਵਿੱਚ, ਪਰ ਚਿੱਤ ਚੋਂ ਭੁੱਲ ਗਿਆ। ਤੇ ਕਿਤੇ ਕਿਤੇ ਐਸੀ ਘਟਨਾ ਵੀ ਹੁੰਦੀ ਹੈ ਵੀ ਜੇਬ ਵਿੱਚ ਪੈਸੇ ਹੈ, ਮਨੁੱਖ ਭੁੱਲ ਗਿਆ ਵੀ ਮੈਂ ਪਾਉਣੇ ਭੁੱਲ ਗਿਆ, ਉਹਦੇ ਮਨ ਵਿੱਚ ਆ ਗਈ ਹੈ ਨਹੀਂ, ਤਾਂ ਕਿਸੇ ਤੋਂ ਮੰਗਦਾ। ਕਈ ਵਾਰ ਹੱਥ ਮਾਰਿਆ ਜੇਬ ਤੇ, ਉਹ ਮੈਂ ਤਾਂ ਐਵੇਂ ਮੰਗੀ ਜਾਂਦਾ, ਮੇਰੇ ਤਾਂ ਕੋਲ ਹੀ ਸੀਗੇ। ਜੋ ਸੀ ਤਾਂ ਕੋਲ, ਪਰ ਚੇਤੇ 'ਚ ਹੈ ਨਹੀਂ ਸੀ। ਹੁਣ ਜੋ ਚੇਤੇ ਵਿੱਚ ਨਹੀਂ ਤਾਂ ਸਿਮਰਨ ਨਹੀਂ। ਪਰ ਅੱਜ ਸਿਮਰਨ ਦੀ ਪਰਿਭਾਸ਼ਾ ਸਾਨੂੰ ਹੋਰ ਹੀ ਤਰੀਕਾ ਸਿਖਾ ਦਿੱਤੀ ਹੈ। ਸਿਮਰਨ ਦੇ ਨਾਂ ਦੇ ਉੱਤੇ ਡੰਡ ਬੈਠਕਾਂ ਲਵਾਈਆਂ ਜਾ ਰਹੀਆਂ ਨੇ। ਕਹਿੰਦੇ ਜੀ ਇਹ ਇਸ ਤਰ੍ਹਾਂ ਸਿਮਰਨ ਕਰ। ਚੇਤੈ ਏਕ, ਜੇ ਤੇਰੇ ਚਿੱਤ ਵਿੱਚ ਇੱਕ ਹੈ ਤਹੀ ਸੁਖ ਪਾਇਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਏ, ਕਹਿ ਤਿਨਾ ਪੇ ਰੋਜੀ ਦੇ। ਤੂੰ ਚਿੰਤਾ ਨਹੀਂ ਕਰਨੀ, ਉਸ ਮਾਲਕ ਦਾ ਚਿੰਤਨ ਕਰ।
क्या तू सोचें, क्या तू चितवें, क्या तू करहें उपाए। किहड़े तू अपने उपावां विच लग्या होया। धार्मिक तौर ते भी असीं बहुत उपाय करते हैं। एक तो है उद्यम। उद्यम करना माड़ी गल नहीं, उद्यम असीं सारे करते हैं। कोई रोग हो जे ਉਹਦਾ भी उद्यम करते हैं, डॉक्टर कोल जाते हैं, दवाई लैने हैं। उद्यम करना, उद्यम करन वाले नूं तां गुरु ग्रंथ साहिब जी दे विच वडियाई दित्ती है। उदो साहै क्या निशानी, टोट ना आवे अन्नी। उद्यम करन वाले दी निशानी की है कि उद्यमी पुरुष दे घरे कदे भी अन्न दी टोट नहीं आउंदी। उदो साहै क्या निशानी, टोट ना आवे अन्नी। उद्यम करेंदियां जीओ तू कमामदियां सुख पुंच, ध्याएंदियां तू प्रभु मिल नानक उतरी चिंत। क्या तू करहें उपाए, तू किहड़ियां उपावां विच, भाव अपने जीवन नूं अंतरीव तौर ते सुखी करन वास्ते बहुत मनुख उपाय करदा। अज धर्म दे नां ते जितने कर्म कांड ने वो असीं इस करके करदे आं, असीं अपने उपाय पैदा कीते होए ने भी सानूं सुख मिल जे, असीं सुखी हो जाइए। सतगुरु कहंदे करन वाला एक परमात्मा है। उस वाहिगुरु परमेश्वर नूं तू अपनी सुरत विच वसा। तां को कहो परवाह काहू की, जिह गोपाल सहाय। उस नूं कादी परवाह है जिसनूं एक गोपाल दा आसरा है। सहाय कहिए, उहदा आसरा तक लेना। तेरे भरोसे प्यारे मैं लाड लड़ाया। जो मालिक दे आसरे जो भी कर्म करदा है, फिर वो बेपरवाही विच करदा है। भी दुख सुख सब कुछ परमेश्वर दे हथ विच है, जम्मण मरण मालिक दे हथ विच है। वो अपनी ड्यूटी बेपरवाह होके कर रहा है। तां को कहो प्रवाह काहू की, जिह गोपाल सहाय। बरसै मेघ सखी घर पाहन आए, मोहे दीन कृपा निध ठाकुर नवनिध नाम समाए रहाओ। अगे आ गया अनक प्रकार भोजन बहु कीए, बहु व्यंजन मिष्टाए। हुण किहड़े अनक प्रकार है? शुभ गुणां दा भोजन। जदों प्राहुणा घर विच आउंदा है, हुण तां चलो लोकां दे घर पकवान तकरीबन बनते हैं, तो पहले समय विच विशेष तरह के पकवान प्राहुणे आए तो ही बनाउंदे सी। ये तो तुसीं सारे जानते हो बई कुछ वक्रे तरह का पकवान। हुण भी कोई रिश्तेदार आवे, आपां रोज़ की तरह जिहड़ा भोजन तैयार करते हैं उदों थोड़ा जिहा कुछ आपां वखरा करते हैं भी प्राहुणे आए है, रिश्तेदार आए। अनक प्रकार भोजन बहु कीए, मैं शुभ गुणां दा भोजन कई तरह का। हुण शुभ गुणां दा कोई अंत नहीं, किन्ने कुछ शुभ गुण ने। ये परमात्मा रूपी प्राहुणा आया है, तां उस मालिक दे शुभ गुण अपने अंदर वसा ले। अनक प्रकार भोजन बहु कीए, बहु व्यंजन मिष्टाए, करी पाक साल सोच पवित्रा। हुण लाभो भोग हर राए, भाव की भी मालिक मैं अपने हिरदे विच गुरु बदल उपदेश, गुरु दे उपदेश द्वारा जदों गुरु रूपी बदल ने उपदेश की वरखा की, तां इह शुभ गुणा रूपी भोजन तैयार कर लिया। हे मालिक परमात्मा, प्राहुणा जिवें आपां शुभ तरह के चंगे चंगे पकवान बना के प्राहुणे नूं कहने लो जी आ प्रवाना छको तुसीं, वो परमात्मा इन्हां शुभ गुणां नूं प्रवानगी देवे। मालिक अगे वो अरदास की जाती है, करी पाकशाल सोच पवित्रा। हुण लाभो भोग हर राय का मतलब है कि मालिक इन्हां गुणां नूं तेरी प्रवानगी की लोड़ है, तू किरपा कर। ये प्रवानगी हुण जदों ये कुछ हो गया फिर की हो? दुष्ट बिदारे साजन रहसे। जिहड़े अंदरों दुष्ट औगण सी वो भज गए, वो बाहर चले गए। दुष्ट बिदारे साजन रहसे, जिहड़े सज्जन सी वो रह गए। सज्जन भी शुभ गुणा ने भी कहा ना, सज्जन सई नाल मैं चलदियां नाल चलन, जिथे लेखा मंगी है तिथे खड़े दिसन। हुण सज्जन एक रब है, सज्जन सच्चा पातशाह, सिर शाहां दे शाह,
ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ। ਸੱਜਣ ਬਣਾ ਇੱਕ ਪ੍ਰਮਾਤਮਾ ਨੂੰ, ਸ਼ੁਭ ਗੁਣਾਂ ਨੂੰ, ਰੱਬੀ ਗੁਣਾਂ ਨੂੰ ਆਪਣੇ ਸੱਜਣ। ਕਦੇ ਉਸ ਸੱਜਣ ਜੀ ਨੂੰ ਦੁਨੀਆ ਠੱਗ ਕਹਿੰਦੀ ਸੀ, ਬੰਦਾ ਤਾਂ ਉਹੀ ਸਭ ਸਾਰਾ ਉਸੇ ਤਰ੍ਹਾਂ ਦਾ ਹੀ ਸੀ ਨਾ, ਪਰ ਹੋਇਆ ਕਿ ਅੰਦਰ ਦੁਸ਼ਟਾਂ ਨੇ ਵਾਸਾ ਕਰ ਲਿਆ, ਮਾੜੇ ਖਿਆਲਾਂ ਨੇ, ਔਗਣਾਂ ਨੇ ਵਾਸਾ ਕਰ ਲਿਆ। ਜਿਹੜਾ ਕਦੇ ਸਰਾਂ ਬਣਾ ਕੇ ਮਕਸਦ ਅੰਦਰੋਂ ਬੜਾ ਚੰਗਾ ਸੀ, ਵੀ ਆਏ ਗਏ ਨੂੰ ਰਹਿائش ਦਿੰਦਾ ਸੀ, ਹੌਲੀ ਹੌਲੀ ਕੀ ਹੋਣਾ, ਜਿਹੜੇ ਲੋਕੀ ਆਉਂਦੇ ਸੀ ਨਾ ਉੱਥੇ, ਉਹਨੇ ਰਹਿائش ਬਣਾ ਲਈ, ਮੇਨ ਰੋਡ ਦੇ ਉੱਤੇ ਸਰਾਂ ਬਣਾ ਦਿੱਤੀ। ਕਿਸੇ ਸਮੇਂ ਤਾਂ ਅੰਦਰ ਭਾਵਨਾ ਬਹੁਤ ਚੰਗੀ ਸੀ ਵੀ ਕੋਈ ਆਊਗਾ ਲੋੜਵੰਦ, ਉਹਨੂੰ ਭੋਜਨ ਮਿਲੇ, ਉਹਨੂੰ ਰਹਿائش ਮਿਲੇ। ਤੇ ਜਿਹੜੇ ਲੋੜਵੰਦ ਆਉਂਦੇ ਸੀ, ਕੋਈ ਗਰੀਬ ਠਹਿਰ ਜਾਂਦਾ ਸੀ, ਉਹ ਭੋਜਨ ਛਕ ਕੇ ਚਲੇ ਜਾਂਦੇ। ਕਈ ਵਾਰ ਕੋਈ ਵਪਾਰੀ ਲੋਕ ਵੀ, ਜਰਨੈਲੀ ਸੜਕ ਤੇ ਬਣਿਆ ਹੋਇਆ ਸੀ ਸਰਾਂ ਉਸ ਦੀ ਡੇਰਾ, ਤੇ ਜਿਹੜੇ ਵਪਾਰੀ ਲੋਕ ਸੀ ਉਹਨਾਂ ਨੇ ਠਹਿਰਨਾ, ਪ੍ਰਬੰਧ ਬੜਾ ਵਧੀਆ ਵੇਖਣਾ, ਤਾਂ ਉਹਨਾਂ ਨੇ ਜਾਂਦਿਆਂ ਹੋਇਆਂ ਨੇ ਕੁਝ ਨਾ ਕੁਝ ਮਾਇਆ ਦੇ ਜਾਣੀ। ਇਸ ਤਰ੍ਹਾਂ ਚੱਲਦਾ ਰਿਹਾ। ਹੌਲੀ ਹੌਲੀ ਸੁਰਤ ਜਿਹੜੀ ਸੀ ਨਾ, ਉਹ ਦੁਸ਼ਟ ਘਰ ਕਰਦੇ ਰਹੇ, ਸੱਜਣ ਜਾਂਦੇ ਰਹੇ। ਤਾਂ ਕੀ ਹੋਇਆ, ਜਦੋਂ ਵੀ ਕੋਈ ਆਇਆ ਕਰੇ ਤਾਂ ਅੰਦਰ ਭਾਵਨਾ ਇਹ ਜਾਗਿਆ ਕਰੇ ਵੀ ਇਹ ਦੇ ਕੇ ਕੀ ਜਾਊਗਾ। ਹੌਲੀ ਹੌਲੀ ਇਸ ਤਰ੍ਹਾਂ ਭਾਵਨਾ ਸ਼ੁਰੂ ਹੋ ਗਈ ਵੀ ਦੇ ਕੇ ਕੀ ਜਾਊ। ਹੁਣ ਦੇਖੋ, ਜਦੋਂ ਲੰਗਰ ਲੱਗਣੇ ਸ਼ੁਰੂ ਹੋਏ ਸੜਕਾਂ ਦੇ ਉੱਤੇ, ਅੱਗੇ ਕਿਤੇ ਕਿਤੇ ਹੁੰਦਾ ਸੀ, ਤਾਂ ਲੰਗਰ ਲਾਉਣ ਵਾਲਿਆਂ ਦੀ ਭਾਵਨਾ ਹੁੰਦੀ ਸੀ ਭੁੱਖੀ ਸੰਗਤ ਜਾਂਦੀ ਹੋਈ ਛਕ ਜੇ। ਹੌਲੀ ਹੌਲੀ ਕੀ ਹੋਇਆ, ਮਾਫ ਕਰ ਦੇਣਾ, ਇਹ ਵਪਾਰ ਬਣ ਗਿਆ। ਹੁਣ ਤਾਂ ਜੇ ਪਾਣੀ ਵੀ ਪਿਆਉਂਦੇ ਆ ਨਾ, ਨਾਲ ਇੱਕ ਕਾਪੀ ਤੇ ਨਾਲ ਇੰਨੇ ਕੁ ਨੋਟ ਹੱਥ 'ਚ ਲੈ ਕੇ ਉਹਨੂੰ ਦਿਖਾਈ ਜਾਣਗੇ ਵੀ ਕਿਤੇ ਪਾਏ ਹੀ ਨਾ ਪੀ ਕੇ ਤੁਰ ਜੀ, ਆ ਦੇ ਵੀ ਜਾ, ਲੋਕਾਂ ਦੇ ਦਿੱਤੇ ਹੋਏ ਸਾਡੇ ਹੱਥ 'ਚ ਹੈ। ਤੇ ਮਾਫ ਕਰ ਦੇਣਾ, ਫਿਰ ਇਹ ਵਪਾਰ ਬਣ ਗਿਆ। ਤੁਸੀਂ ਦੇਖ ਲਿਓ, ਚੱਲਦਾ ਸੜਕਾਂ ਦੇ ਉੱਤੇ ਆਈ ਆ, ਬੱਸ 'ਚ ਵੀ ਇੱਕ ਪਾਣੀ ਲੈ ਕੇ ਚੜ੍ਹ ਜਾਂਦੇ, ਇੱਕ ਮਗਰ ਕਾਪੀ ਤੇ ਨੋਟ ਲੈ ਕੇ ਆਏ ਕਰਦਾ ਹੁੰਦਾ ਵੀ ਲੋਕ ਦੇਖ ਲੈਣ ਵੀ ਇਹ ਪੈਸੇ ਵੀ ਲੈਂਦੇ ਆ। ਤੇ ਇਹ ਉਦੋਂ ਬਾਅਦ ਕੀ ਹੁੰਦਾ, ਫਿਰ ਹਿਸਾਬ ਕਿਤਾਬ ਲਾਉਂਦੇ ਆ। ਦੋ ਕੁ ਜਣੇ ਹਿਸਾਬ ਕਿਤਾਬ ਲਾਈ ਜਾਣਗੇ। ਜਿਹੜਾ ਮੇਰੇ ਵਰਗਾ ਹੁੰਦਾ, ਜਿਹਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ, ਉਹ ਕਹੀ ਜਾਊ ਕਿੰਨੇ ਕੁ ਬਚ ਗਏ, ਪਿੱਛੇ ਬੈਠਾ ਕਿੰਨੇ ਕੁ ਬਚੇ ਆ। ਤੇ ਅੱਜ ਅਸੀਂ ਵਪਾਰ ਬਣਾ ਲਿਆ। ਇਸੇ ਕਰਕੇ ਦੌੜ ਲੱਗੀ ਹੋਈ, ਅੱਧਾ ਕਿਲੋਮੀਟਰ ਤੇ ਲੰਗਰ ਲਾਉਣ ਦਾ ਹੋਰ ਕੋਈ ਮਕਸਦ ਤਾਂ ਨਹੀਂ ਹੈ। ਕੀ ਮਨੁੱਖ ਅੱਧੇ ਕਿਲੋਮੀਟਰ ਕਿਸੇ ਨੂੰ ਭੁੱਖ ਲੱਗਿਆ ਹੋਊ ਜੀ, ਦੱਸੋ। ਹੁਣ ਤਾਂ ਲੋਕਾਂ ਕੋਲੇ ਸਾਧਨ ਇੰਨੇ ਹੋ ਗਏ, ਜਿਹੜੇ ਸਵੇਰੇ ਜਾਂਦੇ ਆ, ਸ਼ਾਮ ਨੂੰ ਆਪਣੇ ਘਰ ਆ ਜਾਂਦੇ ਆ। ਤੇ ਆਮ ਆਪਾਂ ਜੇ 2 ਟਾਈਮ ਵੀ ਪ੍ਰਸ਼ਾਦਾ ਛਕ ਲਈਏ, ਕੋਈ ਗੱਲ ਨਹੀਂ, ਜੇ ਚਲੋ ਕੋਈ ਬਹੁਤਾ 3 ਵਾਰੀ ਛਕ ਲੈਂਦਾ ਹੋ, ਤੇ ਕਿੰਨੇ ਕੁ ਜ਼ਰੂਰਤ ਹੈ। ਤੇ ਮੈਂ ਤਾਂ ਬੇਨਤੀ ਬਹੁਤ ਵਾਰੀ ਕਰਦਾ ਹੁੰਦਾ ਵੀ ਸਾਡਾ ਧਿਆਨ ਇੰਨਾ ਹੋ ਗਿਆ। ਦੇਖੋ, ਲੰਗਰ ਇੱਕ ਗੁਰੂ ਕੀ ਮਰਜ਼ਾਦਾ ਹੈ। ਇਹ ਨਾ ਸਮਝੋ ਵੀ ਮੈਂ ਕੋਈ ਲੰਗਰ ਲਾਉਣ ਦੇ ਵਿਰੋਧੀ ਆ। ਮੈਂ ਲੰਗਰ ਇੱਕ ਸਾਡਾ ਸਿਧਾਂਤ ਹੈ ਵੀ ਜਿੱਥੇ ਸੰਗਤ ਹੈ ਉੱਥੇ ਪੰਗਤ ਹੈ। ਇਹ ਗੁਰੂ ਕਿਆਂ ਨੇ ਹੀ ਚਾਲੂ ਕੀਤਾ। ਪਰ ਅੱਜ ਇਸ ਨੂੰ ਹੋਰ ਮਕਸਦ ਨਾ ਲੈ ਗਏ। ਉਹਦੇ ਪਿੱਛੇ ਤਾਂ ਭਾਵਨਾ, ਹੁਣ ਤਾਂ ਤੁਸੀਂ ਵੇਖਦੇ ਹੀ ਹੋ ਵੀ ਮਾਘ ਦਾ ਮਹੀਨਾ ਚੜ ਗਿਆ ਜੀ, ਹੁਣ ਚਾਹ ਪਿਉਣੀ ਹੈ, ਚਾਹੇ ਤੁਹਾਡੇ ਤੇਜ਼ਾਬ ਬਣੀ ਜਾਵੇ, ਕਹਿੰਦੇ ਹੁਣ ਤਾਂ ਪਿਉਣੀ ਹੈ। ਵੀ ਦਵਾਈ ਲੈ ਚਾਹੇ ਦਾਖਲ ਹੋ ਜਾਏ, ਸਾਨੂੰ ਕੋਈ ਮਤਲਬ ਨਹੀਂ, ਪਰ ਮਾਘ 'ਚ ਪਿਉਣੀ ਆ। ਉਹ ਚਾਹ ਪਿਉਣੀ ਤਾਂ ਮਾੜੀ ਗੱਲ ਨਹੀਂ ਕੋਈ, ਚਲੋ ਕਿਸੇ ਨੂੰ, ਪਰ ਇਹ ਕਹਿਣਾ ਵੀ ਮਾਘ 'ਚ ਹੀ ਪਿਉਣੀ ਆ, ਇਹ ਕੋਈ ਧਰਮ ਨਹੀਂ, ਭਰਮੀ ਹੈ ਇਹ। ਤੇ ਇਹ ਬਿਮਾਰੀ ਹੈ ਇੱਕ ਤਰ੍ਹਾਂ ਦੀ, ਸਾਡੀ ਮਾਨਸਿਕ ਬਿਮਾਰੀ, ਤੇ ਫੈਲ ਗਈ ਸਾਰੀ। ਇਹ ਮਾਘ ਵਾਲੀ ਚਾਹ ਤਾਂ ਤੁਸੀਂ ਜਿੱਥੇ ਮਰਜੀ ਚਲੇ ਜਾਓ, ਦਿੱਲੀ ਦੱਖਣ ਤੱਕ, ਇਹ ਤੁਹਾਨੂੰ ਮਾਘ 'ਚ ਜ਼ਰੂਰ ਮਿਲੂਗੀ, ਜਿੱਥੇ ਮਰਜੀ ਜਾ ਵੜੋ। ਇਹ ਪਤਾ ਨਹੀਂ ਕਿਉਂ ਸਾਡੇ ਅੰਦਰ ਐਸੀ ਚੀਜ਼ ਭਰਤੀ। ਦੇਖੋ, ਚਾਹ ਪਿਆ ਦੇਣੀ ਕੋਈ ਮਾੜੀ ਗੱਲ ਨਹੀਂ, ਵੀ ਠੰਡ ਹੈ ਚਲੋ ਕਿਸੇ ਰਾਹਗੀਰ ਨੂੰ ਪਿਆਤੀ, ਕੋਈ ਮਾੜੀ ਗੱਲ ਨਹੀਂ। ਪਰ ਹੁਣ ਸਿਸਟਮ ਜਿਹੜਾ ਤੁਸੀਂ ਜਾਣਦੇ ਹੋ, ਸਾਰਾ ਕੁਝ ਤੁਹਾਨੂੰ ਪਤਾ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਹੁਣ ਇਹ ਜੋ ਜਿਸ ਪਾਸੇ ਨੂੰ ਹੋ ਗਿਆ, ਗੱਲ ਚੱਲ ਰਹੀ ਸੀ ਕਿ ਗੁਰੂ ਕਿਰਪਾ ਕਰੇ ਆਪਾਂ ਨੂੰ ਇਹ ਮਤ ਆਵੇ। ਹੁਣ ਉਹਦੇ ਅੰਦਰ ਵੀ ਭਾਵਨਾ, ਸੱਜਣ ਦੇ ਅੰਦਰ ਵੀ ਇਹੀ ਹੋ ਗਈ ਵੀ ਇਹ ਆਇਆ, ਇਹ ਮੈਨੂੰ ਦੇ ਕੇ ਕੀ ਜਾਊ। ਹੌਲੀ ਹੌਲੀ ਭਾਵਨਾ ਇੱਥੇ ਤੱਕ ਚਲੀ ਗਈ, ਸੇਵਾ ਦੀ ਭਾਵਨਾ ਘਟਦੀ ਗਈ, ਕੁਝ ਲੈਣ ਦੀ ਰੁਚੀ ਵੱਧਦੀ ਗਈ। ਸੇਵਾ ਅੰਦਰੋਂ ਖਤਮ ਹੁੰਦੀ ਗਈ, ਲੈਣ ਦੀ ਰੁਚੀ ਵੱਧਦੀ। ਤਾਂ ਜੇ ਕਿਸੇ ਨੇ ਕੁਝ ਨਾ ਦੇ ਕੇ ਜਾਣਾ, ਤਾਂ ਅੰਦਰੋਂ ਤਲਖੀ ਉਹਦੇ ਪ੍ਰਤੀ ਪੈਦਾ ਹੋਣੀ ਵੀ ਇਹ ਦੇ ਕੇ ਕਿਉਂ ਨਹੀਂ ਗਿਆ। ਤਾਂ ਇੱਕ ਦਿਨ ਐਸਾ ਵੀ ਆ ਗਿਆ ਜਦੋਂ ਸੇਵਾ ਦੀ ਭਾਵਨਾ ਖਤਮ ਹੋ ਗਈ। ਕੋਈ ਆਉਂਦਾ ਸੀ ਤਾਂ ਉਹਨੂੰ ਕਤਲ ਕਰ ਦਿੰਦਾ ਸੀ, ਉਹਦਾ ਸਾਰਾ ਸਮਾਨ ਰੱਖ ਲੈਂਦਾ ਸੀ। ਪਰ ਸਮਾਂ ਆਇਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ
ਚੱਲ ਭਾਈ ਮਰਦਾਨਿਆ ਹੁਣ ਲੋੜ ਹੈ। ਤੇ ਸਤਿਗੁਰੂ ਜੀ ਨੇ ਹੁਣ ਉਹਦੇ ਸੁਭਾਅ ਨੂੰ ਤਬਦੀਲ ਕਰਤਾ। ਕੀ ਹੋਇਆ ਜਦੋਂ ਬਾਣੀ ਦੇ ਬਚਨ ਸੁਣਾਤੇ, ਕੀ ਹੋਇਆ ਫਿਰ? ਦੁਸ਼ਟ ਬਿਦਾਰੇ ਸਾਜਣ ਰਹੇ ਸੀ। ਜਿਹੜੇ ਅੰਦਰ ਮਾੜੇ ਖਿਆਲ, ਮਾੜੀਆਂ ਭਾਵਨਾਵਾਂ, ਇਹ ਦੁਸ਼ਟ ਸੀ, ਇਹ ਬਾਹਰ ਹੋਣੇ ਸ਼ੁਰੂ ਹੋ ਗਏ ਤੇ ਸੱਜਣ ਅੰਦਰ ਵਸਣੇ ਸ਼ੁਰੂ ਹੋ ਗਏ। ਉਹ ਸੱਜਣ ਮਾਲ ਫਿਰ ਦੱਸਦਾ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਸੱਜਣਾ, ਨੌ ਤੇ ਸੱਜਣ ਰਖਾਇਆ। ਗੁਰੂ ਦਾ ਇੱਕ ਸ਼ਬਦ ਸੁਣ ਲਿਆ, ਗੁਰੂ ਦੇ ਬਚਨ ਸੁਣ ਲਏ ਤੇ ਸਤਿਗੁਰੂ ਮਹਾਰਾਜ ਦੇ ਬਚਨ ਸੁਣ ਕੇ ਅੰਦਰੋਂ ਦੁਸ਼ਟਪੁਣਾ ਖਤਮ ਕਰਕੇ ਅੰਦਰ ਸ਼ੁਭ ਗੁਣ ਬਣਾ ਕੇ ਸੱਜਣ ਇੱਕ ਭਾਈ ਬਣ ਗਿਆ, ਗੁਰਮਤਿ ਦਾ ਪ੍ਰਚਾਰਕ ਬਣ ਗਿਆ। ਸਿੱਖੀ ਵਿਚਾਰ ਸੁਣ ਕੇ, ਗੁਰਬਾਣੀ ਦਾ ਉਪਦੇਸ਼ ਸੁਣ ਕੇ। ਦੁਸ਼ਟ ਵਿਦਾਰੇ ਸਾਜਨ ਰਹਿਸੇ ਇਹ ਘਰ ਮੰਦਰ ਅਪਨਾਏ, ਜੋ ਗ੍ਰਹਿ ਲਾਲ ਰੰਗੀਓ ਆਇਆ ਤੋ ਮੈਂ ਸਭ ਸੁਖ ਪਾਏ। ਜਦੋਂ ਉਹ ਪ੍ਰਮਾਤਮਾ, ਉਹ ਲਾਲ, ਉਹ ਅਕਾਲ ਪੁਰਖ ਮਾਲਕ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਿਆ ਤਾਂ ਸਮਝੋ ਮੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਸਾਰੇ ਸੁੱਖ ਕਦੋਂ ਮਿਲਦੇ ਐ? ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਉਹ ਵਾਹਿਗੁਰੂ ਪ੍ਰਮਾਤਮਾ ਨੇ ਸ਼ੁਭ ਗੁਣਾਂ ਨੂੰ ਪ੍ਰਵਾਨਗੀ ਦੇਤੀ। ਅਨਕ ਪ੍ਰਕਾਰ ਜਿਹੜਾ ਭੋਜਨ ਸੀ ਉਹਨੂੰ ਮਾਲਕ ਦੀ ਪ੍ਰਵਾਨਗੀ ਹੋ ਗਈ। ਅੰਦਰੋਂ ਦੁਸ਼ਟ ਨਿਕਲ ਗਏ, ਅੰਦਰ ਸਾਜਨ ਘਰ ਕਰਕੇ ਬੈਠ ਗਏ, ਸ਼ੁਭ ਗੁਣ ਅੰਦਰ ਵਸਦੇ ਗਏ, ਮਾੜੇ ਵਿਚਾਰ ਅੰਦਰੋਂ ਨਿਕਲ ਗਏ ਤਾਂ ਵਾਹਿਗੁਰੂ ਦੀ ਕਿਰਪਾ ਹੋ ਗਈ। ਸਾਰੇ ਹੀ ਸੁੱਖ ਮਿਲ ਗਏ, ਸਾਰੇ ਹੀ ਸੁੱਖ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੁੱਖਾਂ ਨਾਲ ਸਾਨੂੰ ਜੋੜਿਆ। ਐਸੇ ਸੱਜਣ ਸਾਡੇ ਮਨ ਵਿੱਚ ਵਸ ਜਾਣ। ਬਾਕੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ, ਗੁਰੂ ਕਿਰਪਾ ਕਰੇ। ਬਹੁਤ ਬਹੁਤ ਧੰਨਵਾਦ। ਇਸੇ ਸ਼ਬਦ ਨੂੰ ਆਪਾਂ ਹੋਰ ਕੋਸ਼ਿਸ਼ ਕਰ ਲਾਂਗੇ ਕੱਲ ਨੂੰ ਵਿਚਾਰਨ ਦੀ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਵਿਚਾਰ ਕਰਦੇ ਆਂ, ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਭਾਈ ਸਾਹਿਬ ਜੀ ਪਹੁੰਚ ਚੁੱਕੇ ਆ, ਉਹਨਾਂ ਕੋਲੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।